ਧੰਨ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਆਵੋ ਸੰਤ ਪਿਆਰਿਓ, ਅਕਥ ਕੀ ਕਰੈ ਕਹਾਣੀ। ਕਰੈ ਕਹਾਣੀ ਅਕਥ ਕੇਰੀ। ਕਿਤ ਦੁਆਰੇ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ। ਹੁਕਮ ਮੰਨਿਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ। ਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ। ਕਥਿਓ ਅਕਥ ਕਹਾਣੀ। ਕਹੈ ਨਾਨਕ ਸੁਣੋ ਸੰਤੋ। ਕਥਿਓ ਅਕਥ ਕਹਾਣੀ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਲੜੀਵਾਰ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਸਮਝਦਿਆਂ ਹੋਇਆਂ ਨੌਵੀਂ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਸਹਿਤ ਹੁਣੇ ਸਰਵਣ ਕੀਤਾ ਹੈ। ਇਸ ਪਾਵਨ ਪੌੜੀ ਦੀ ਵਿਚਾਰ ਨੂੰ ਗੁਰੂ ਆਸ਼ੇ ਮੁਤਾਬਕ ਸਮਝਣ ਦਾ ਵਿਚਾਰਨ ਦਾ ਯਤਨ ਕਰਨਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਸ ਪਾਵਨ ਪੌੜੀ ਦੇ ਅੰਦਰ ਬੜੇ ਪਿਆਰੇ ਖਿਆਲਾਤ ਸਾਨੂੰ ਸਮਝਾਉਣ ਦਾ ਯਤਨ ਕਰਦਿਆਂ ਹੋਇਆਂ ਇਹ ਬਖਸ਼ਿਸ਼ ਕਰਦੇ ਨੇ। ਆਵੋ ਸੰਤ ਪਿਆਰਿਓ, ਅਕਥ ਕੀ ਕਰੈ ਕਹਾਣੀ। ਆਵੋ ਸੰਤ ਪਿਆਰਿਓ ਦੇ ਅਰਥ ਨੇ ਹੇ ਪਿਆਰੇ ਸਤ ਸੰਗੀ ਜਨੋ, ਹੇ ਪਿਆਰੇ ਸੰਤ ਜਨੋ, ਆਓ। ਤੇ ਆ ਕੇ ਕਰਨਾ ਕੀ ਹੈ? ਅਕਥ ਕੀ ਕਰੈ ਕਹਾਣੀ। ਅਕਥ ਦੇ ਅਰਥ ਨੇ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਬੜਾ ਬੇਅੰਤ ਹੈ, ਜਿਹਦੇ ਬਾਰੇ ਕਥਿਆ ਨਹੀਂ ਜਾ ਸਕਦਾ, ਜਿਹਦੇ ਬਾਰੇ ਬਿਆਨਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਕਹਿਣ ਲੱਗੇ ਹੇ ਸੰਤ ਜਨੋ, ਆਓ ਇਕੱਠੇ ਹੋਈਏ, ਮਿਲ ਬੈਠੀਏ
ਤੇ ਮਿਲ ਬੈਠ ਕਰਕੇ ਇਕੱਠੇ ਹੋ ਕਰਕੇ ਉਸ ਬੇਅੰਤ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਮੈਂ ਇਹ ਬੇਨਤੀ ਕਰਾਂ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਜਿਹੜਾ ਇਹ ਸ਼ਬਦ ਸੰਤ ਜਨੋਂ ਵਰਤਿਆ ਹੈ, ਆਵੋ ਸੰਤ ਪਿਆਰਿਓ, ਖਿਮਾ ਕਰਨਾ, ਇੱਥੇ ਕਿਸੇ ਪਾਰਟੀਕੂਲਰ ਇੱਕ ਵਿਅਕਤੀ ਨੂੰ ਸੰਬੋਧਨ ਨਹੀਂ ਕੀਤਾ, ਕਿਉਂਕਿ ਸੰਤ ਸ਼ਬਦ ਜਿਹੜਾ ਹੈ ਉਹ ਬਾਣੀ ਦੇ ਵਿੱਚ ਬਹੁਤਾਂਤ ਵਾਰੀ ਸਤਿਗੁਰੂ ਜੀ ਨੇ ਵਰਤਿਆ ਹੈ। ਤੇ ਇਹ ਵੀ ਗੱਲ ਚਿੱਟੇ ਦਿਨ ਦੇ ਵਾਂਗੂ ਬਿਲਕੁਲ ਸਾਫ਼ ਹੈ ਕਿ ਜਿੰਨੀ ਵਾਰੀ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਇਹ ਸੰਤ ਸ਼ਬਦ ਦੀ ਵਰਤੋਂ ਕੀਤੀ ਹੈ, ਉਸ ਤੋਂ ਕਈ ਗੁਣਾ ਵੱਧ ਇਸ ਸੰਤ ਸ਼ਬਦ ਦਾ ਫਾਇਦਾ ਚੁੱਕ ਕੇ ਬਹੁਤ ਸਾਰੇ ਐਸੇ ਦੰਭੀ, ਪਖੰਡੀ ਅਤੇ ਦੇਹਧਾਰੀ ਅਖੌਤੀ ਬਣਿਆ ਸੰਤਾਂ ਨੇ ਇਸ ਸ਼ਬਦ ਦੀ ਦੁਰਵਰਤੋਂ ਕੀਤੀ ਹੈ। ਸੋ ਬਾਣੀ ਦੇ ਵਿੱਚ ਇਹ ਸ਼ਬਦ ਜਾਂ ਤਾਂ ਗੁਰੂ ਦੇ ਲਈ ਜਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਲਈ ਤੇ ਜਾਂ ਫਿਰ ਸੰਗਤ ਦੇ ਲਈ ਵਰਤਿਆ ਗਿਆ ਹੈ। ਪਰ ਪਾਰਟੀਕੂਲਰ ਕਿਸੇ ਇਨਸਾਨ ਦੇ ਲਈ ਸਤਿਗੁਰੂ ਜੀ ਨੇ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ ਵਿਸ਼ੇਸ਼ ਰੂਪ ਦੇ ਵਿੱਚ, ਬਈ ਆਹੀ ਇਨਸਾਨ ਜਿਹੜਾ ਹੈ ਉਹ ਸੰਤ ਹੈ। ਜਿਵੇਂ ਅੱਜ ਸਾਡੇ ਸਾਹਮਣੇ ਬੜੇ ਇਹੋ ਜਿਹੇ ਲੋਕ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ, ਜਿਹੜੇ ਕੇਵਲ ਆਪਣੀ ਮਾਨਤਾ, ਆਪਣੀ ਪੂਜਾ ਪ੍ਰਤਿਸ਼ਠਾ, ਆਪਣੇ ਪੈਰਾਂ ਦੇ ਵਿੱਚ ਭੋਲੀਆਂ ਭਾਲੀਆਂ ਸੰਗਤਾਂ ਦੇ ਕੋਲੋਂ ਮੱਥੇ ਟਿਕਵਾਉਣ ਦੀ ਪ੍ਰਕਿਰਿਆ ਉਹ ਇਸ ਵਿਹਾਵ ਤੇ ਕਰਵਾ ਰਹੇ ਨੇ ਕਿ ਅਸੀਂ ਸੰਤ ਹਾਂ। ਸੋ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਇੱਥੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਜੇ ਆਵਾਜ਼ ਮਾਰੀ ਹੈ ਆਵੋ ਸੰਤ ਪਿਆਰਿਓ, ਤੇ ਇੱਥੇ ਇਹਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਨੇ ਲੰਮੇ ਚੋਲੇ ਪਾਏ ਨੇ, ਜਿਨ੍ਹਾਂ ਨੇ ਹੱਥ ਦੇ ਵਿੱਚ ਮਾਲਾ ਫੜੀਆਂ ਨੇ, ਉਹਨਾਂ ਨੂੰ ਸਤਿਗੁਰੂ ਜੀ ਆਵਾਜ਼ ਮਾਰ ਰਹੇ ਨੇ ਵੀ ਤੁਸੀਂ ਆਓ। ਕਿਉਂਕਿ ਅੱਜ ਸਾਡੇ ਮਨਾਂ ਦੇ ਅੰਦਰ ਇਹ ਪ੍ਰਭਾਵ ਪਾਇਆ ਜਾਂਦਾ ਹੈ ਕਿ ਰੱਬ ਨੂੰ ਯਾਦ ਕਰਨਾ, ਰੱਬ ਨੂੰ ਧਿਆਉਣਾ, ਰੱਬ ਦਾ ਨਾਮ ਲੈਣਾ, ਇਹ ਕੇਵਲ ਉਹਨਾਂ ਲੋਕਾਂ ਦਾ ਕੰਮ ਹੈ ਜਿਨ੍ਹਾਂ ਨੇ ਲੰਮੇ ਚੋਲੇ ਪਾ ਕੇ ਦੋ ਚਾਰ ਗਲ ਦੇ ਵਿੱਚ ਮਾਲਾ ਪਾਈਆਂ ਨੇ, ਦੋ ਚਾਰ ਹੱਥ ਦੇ ਵਿੱਚ ਫੜੀਆਂ ਨੇ। ਸੋ ਜਿਨ੍ਹਾਂ ਨੇ ਇੱਕ ਵਿਸ਼ੇਸ਼ ਪਹਿਰਾਵਾ ਜਿਹੜਾ ਹੈ ਉਹ ਧਾਰਨ ਕੀਤਾ ਹੈ। ਇੱਥੇ ਸਤਿਗੁਰੂ ਜੀ ਜੇ ਸੰਤ ਸ਼ਬਦ ਦੀ ਵਰਤੋਂ ਕਰਦੇ ਨੇ ਤੇ ਇਹ ਸੰਤ ਸ਼ਬਦ ਜਿਹੜਾ ਹੈ ਇਹ ਬਹੁਵਚਨ ਦੇ ਰੂਪ ਦੇ ਵਿੱਚ ਵਰਤਿਆ ਹੈ। ਇੱਥੇ ਸਤਿਗੁਰੂ ਜੀ ਰੱਬ ਦੇ ਪਿਆਰਿਆਂ ਦੀ, ਰੱਬ ਦੇ ਜਿਹੜੇ ਉਪਾਸ਼ਕ ਨੇ, ਭਗਤ ਨੇ, ਸਤਸੰਗੀ ਜਨ ਨੇ, ਉਹਨਾਂ ਨੂੰ ਸੰਬੋਧਨ ਕਰ ਰਹੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਆਵੋ ਸੰਤ ਪਿਆਰਿਓ, ਹੇ ਰੱਬ ਦੇ ਸੰਤ ਜਨੋ, ਹੇ ਪਿਆਰੇ ਰੱਬੀ ਪਿਆਰ ਵਾਲਿਓ, ਆਓ ਤੇ ਆ ਕੇ ਕਰਨਾ ਕੀ ਹੈ, ਅਕਥ ਕੀ ਕਰੈ ਕਹਾਣੀ। ਵੇਖੋ, ਜਦੋਂ ਆਪਾਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਨੇ ਇਹੋ ਜਿਹੇ ਮੁਬਾਰਕ ਬਚਨ ਸਾਡੇ ਸਾਹਮਣੇ ਰੱਖੇ ਨੇ, ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ, ਸਮਰੱਥ ਕੰਤਕੀਆਂ। ਜਾਂ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋਰੀ, ਸਤਿਗੁਰ ਬੈਸੋ ਸਫਾ ਵਿਛਾਏ। ਜਾਂ ਆਵੋ ਮੀਤ ਪਿਆਰੇ, ਮੰਗਲ ਗਾਵੋ ਨਾਰੇ। ਜਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਆਵੋ ਸੱਜਣਾ
ਹੋਂ ਦੇਖਾਂ ਦਰਸ਼ਨ ਤੇਰਾ ਰਾਮ। ਖੈਰ, ਇੱਥੇ ਗੁਰੂ ਸਾਹਿਬ ਜੀ ਨੇ ਕਿਸੇ ਵਿਸ਼ੇਸ਼ ਪਹਿਰਾਵੇ ਵਾਲੇ ਮਨੁੱਖ ਨੂੰ, ਕਿਸੇ ਅਖੌਤੀ ਆਪੂ ਬਣੇ ਸੰਤ ਨੂੰ ਸਤਿਗੁਰੂ ਜੀ ਨੇ ਆਵਾਜ਼ ਨਹੀਂ ਮਾਰੀ, ਬਲਕਿ ਸਤਿਗੁਰੂ ਜੀ ਸਾਨੂੰ ਸਭਨਾਂ ਨੂੰ ਆਵਾਜ਼ ਮਾਰਦੇ ਨੇ, ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ। ਉਸ ਬੇਅੰਤ ਪ੍ਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਨੂੰ ਕਰੀਏ। ਤੇ ਸਤਿਗੁਰੂ ਜੀ ਕਹਿੰਦੇ ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ। ਆਓ ਉਸ ਅਕਥ ਅਕਾਲ ਪੁਰਖ ਪ੍ਰਮਾਤਮਾ ਦੇ ਗੁਣਾਂ ਦੀ ਸਿਫਤ ਸਲਾਹ ਕਰੀਏ। ਤੇ ਸਤਿਗੁਰੂ ਜੀ ਕਹਿੰਦੇ ਕਿਤ ਦੁਆਰੇ ਪਾਈਐ। ਜੇ ਤੁਸੀਂ ਮੈਨੂੰ ਪੁੱਛਦੇ ਹੋ ਵੀ ਕਿਸ ਉਪਾਅ ਦੇ ਨਾਲ, ਵਸੀਲੇ ਦੇ ਨਾਲ, ਇੱਥੇ ਕਿਤ ਦੁਆਰੇ ਦੇ ਅਰਥ ਨੇ ਕਿਸ ਵਸੀਲੇ ਦੇ ਨਾਲ, ਕਿਸ ਢੰਗ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਉਸ ਸੱਚ ਨੂੰ, ਉਹਨਾਂ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਜਾ ਸਕਦਾ ਹੈ। ਇਸ ਨੁਕਤੇ ਨੂੰ ਇੱਥੇ ਸਮਝਣ ਦੀ ਲੋੜ ਹੈ। ਸਤਿਗੁਰੂ ਜੀ ਆਵਾਜ਼ ਮਾਰਦੇ ਨੇ ਵੀ ਆਓ ਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਪਰ ਨਾਲ ਹੀ ਸਤਿਗੁਰੂ ਜੀ ਇਹ ਵੀ ਗੱਲ ਸਾਨੂੰ ਸਮਝਾਉਂਦੇ ਨੇ ਕਿ ਇਸ ਦਾ ਮਤਲਬ ਇਹ ਨਹੀਂ ਵੀ ਕੇਵਲ ਸਿਫਤ ਸਲਾਹ ਕਰਨ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਵੀ ਕੇਵਲ ਜ਼ਬਾਨੀ ਸਿਫਤ ਸਲਾਹ ਕਰਨ ਦੇ ਨਾਲ ਜਾਂ ਜ਼ੁਬਾਨ ਦੇ ਨਾਲ ਜੇ ਉਸ ਪਰਮਾਤਮਾ ਦੀ ਵਡਿਆਈ ਕਰਾਂਗੇ, ਜੇ ਉਹਦੇ ਗੁਣਾਂ ਦਾ ਗਾਇਨ ਕਰਾਂਗੇ ਤੇ ਫਿਰ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਸਤਿਗੁਰੂ ਜੀ ਅੱਗੇ ਚੱਲ ਕੇ ਇਸ ਪੌੜੀ ਦੇ ਅੰਦਰ ਸਾਨੂੰ ਇਹ ਗੱਲ ਸਮਝਾ ਰਹੇ ਨੇ, ਕਿਉਂਕਿ ਗੁਰੂ ਸਾਹਿਬ ਜੀ ਨੇ ਗੱਲ ਬੜੀ ਪਿਆਰੀ ਕਹੀ ਹੈ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ। ਆਓ ਤੇ ਆ ਕੇ ਉਸ ਅਕਥ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਕਰੀਏ। ਪਰ ਸਤਿਗੁਰੂ ਜੀ ਕਹਿੰਦੇ ਇਸ ਦਾ ਮਤਲਬ ਇਹ ਨਹੀਂ ਹੈ ਵੀ ਕੇਵਲ ਸਿਫਤ ਸਲਾਹ ਕਰਾਂਗੇ ਤੇ ਉਹ ਰੱਬ ਦੀ ਪ੍ਰਾਪਤੀ ਹੋ ਜਾਏਗੀ, ਨਾ। ਬਲਕਿ ਬਾਣੀ ਤਾਂ ਕਹਿੰਦੀ ਹੈ ਗੱਲੀ ਜੋਗ ਨਾ ਹੋਈ। ਕੇਵਲ ਗੱਲਾਂ ਦੇ ਨਾਲ, ਕੇਵਲ ਸਿਫਤ ਸਲਾਹ ਕਰਨ ਦੇ ਨਾਲ, ਕੇਵਲ ਉਸ ਪਰਮਾਤਮਾ ਦੀ ਵਡਿਆਈ ਕਰਨ ਦੇ ਨਾਲ, ਕੇਵਲ ਜ਼ੁਬਾਨੀ ਉਹਦੇ ਗੁਣਾਂ ਨੂੰ ਗਾਉਣ ਦੇ ਨਾਲ ਸਤਿਗੁਰੂ ਜੀ ਕਹਿਣ ਲੱਗੇ ਉਹਦੇ ਨਾਲ ਮਿਲਾਪ ਨਹੀਂ ਹੋਣਾ। ਕੇਵਲ ਗੱਲਾਂ ਦੇ ਨਾਲ ਨਹੀਂ। ਆਪਾਂ ਵੇਖਦੇ ਹਾਂ ਬੜੇ ਲੋਕ ਪਹਿਲਾਂ ਵੀ ਸਨ ਤੇ ਹੁਣ ਵੀ ਨੇ, ਜਿਹੜੇ ਜ਼ੁਬਾਨੀ ਤੌਰ 'ਤੇ ਤਾਂ ਸਿਫਤ ਸਲਾਹ ਕਰ ਰਹੇ ਨੇ, ਜ਼ੁਬਾਨ ਤਾਂ ਉਹਨਾਂ ਦੀ ਵਡਿਆਈ ਕਰ ਰਹੀ ਹੈ, ਪਰ ਉਹ ਵਡਿਆਈ ਕੇਵਲ ਉਹ ਜ਼ੁਬਾਨ ਤੱਕ ਹੀ ਸੀਮਤ ਰੱਖਦੇ ਨੇ। ਜ਼ੁਬਾਨ ਤੋਂ ਅੱਗੇ ਉਹ ਇੱਕ ਵੀ ਸਟੈਪ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਪੱਟਦੇ। ਕੇਵਲ ਜ਼ੁਬਾਨ 24 ਘੰਟੇ ਗਾ ਰਹੀ ਹੈ, ਜ਼ੁਬਾਨ 24 ਘੰਟੇ ਸਿਫਤ ਸਲਾਹਾਂ ਕਰ ਰਹੀ ਹੈ, ਜ਼ੁਬਾਨ ਕਰ ਰਹੀ ਹੈ, ਜ਼ੁਬਾਨ ਰੱਬ ਦਾ ਨਾਂ ਲੈ ਰਹੀ ਹੈ, ਜ਼ੁਬਾਨ ਤੱਕ ਧਰਮੀ ਹੈ, ਜ਼ੁਬਾਨ ਤੱਕ ਹੀ ਸਭ ਕੁਝ ਕਰ ਰਿਹਾ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਬੜੀ ਪਿਆਰੀ ਗੱਲ ਕਹੀ ਹੈ। ਉਹ ਕਹਿਣ ਲੱਗੇ ਵੀ ਜੇ ਕੋਈ ਬੰਦਾ ਜ਼ੁਬਾਨ ਕਰਕੇ ਕਿਸੇ ਚੁਰਾਹੇ ਦੇ ਵਿੱਚ ਖਲੋਤਾ ਬਸ ਰਸਤਾ ਹੀ ਪੁੱਛੀ ਜਾਵੇ ਤੇ ਉਸ ਰਾਹ ਦੇ ਉੱਤੇ ਤੁਰੇ ਨਾ, ਤੇ ਕੇਵਲ ਜ਼ੁਬਾਨ ਦੇ ਰਾਹੀਂ ਪੁੱਛਣ ਦਾ ਸਦਕਾ ਉਹ ਆਪਣੀ ਮੰਜ਼ਿਲੇ ਮਕਸੂਦ ਨੂੰ ਪ੍ਰਾਪਤ ਨਹੀਂ ਕਰ ਸਕਦਾ। ਤੇ ਉਹਨਾਂ ਨੇ ਬਚਨ ਵਰਤੇ ਨੇ, ਪੂਛਤ ਪਥਿਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੁਝਾਈਐ। ਬਲਕਿ ਸਤਿਗੁਰੂ ਜੀ ਦੀ ਬਾਣੀ ਤਾਂ ਇੱਥੋਂ ਤੱਕ ਵੀ ਬਖਸ਼ਿਸ਼ ਕਰਦੀ ਹੈ। ਸਤਿਗੁਰੂ ਜੀ ਕਹਿਣ ਲੱਗੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ, ਬਾਹਰੋਂ ਚਿਟਵੀਆਂ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ। ਸਤਿਗੁਰੂ ਜੀ ਕਹਿਣ ਲੱਗੇ ਗੱਲਾਂ ਦੇ ਨਾਲ ਅਸੀਂ ਬੜੇ ਚੰਗੇ ਹਾਂ, ਜ਼ੁਬਾਨ ਬੜੀ ਸਾਡੀ ਧਰਮੀ ਬਣਦੀ ਹੈ, ਜ਼ੁਬਾਨ ਜਿਹੜੀ ਹੈ ਉਹ ਸਾਡੇ
ਜੀਵਨ ਦੇ ਅੰਦਰ ਬਹੁਤ ਰੱਬੀ ਗੁਣਾਂ ਦਾ ਉਚਾਰਨ ਕਰਦੀ ਹੈ, ਪਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਅਮਰਦਾਸ ਜੀ ਇੱਥੇ ਗੱਲ ਸਪਸ਼ਟ ਕਰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਆਵੋ ਸੰਤ ਪਿਆਰਿਓ, ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਸਤਿਗੁਰੂ ਜੀ ਕਹਿੰਦੇ, ਜੇ ਤੁਸੀਂ ਮੈਨੂੰ ਪੁੱਛਦੇ ਹੋ ਵੀ ਕਿਸ ਉਪਾਅ ਦੇ ਨਾਲ, ਕਿਸ ਵਸੀਲੇ ਦੇ ਨਾਲ, ਕਿਸ ਢੰਗ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਤੇ ਮੈਂ ਇਹ ਗੱਲ ਸਤਿਗੁਰੂ ਜੀ ਕਹਿੰਦੇ ਬਿਲਕੁਲ ਸਪਸ਼ਟ ਕਹਿਣੀ ਚਾਹਾਂਗਾ। ਮਤਾਂ ਕਿਤੇ ਤੁਸੀਂ ਇਸ ਗੱਲ ਦੇ ਭਰਮ ਦੇ ਵਿੱਚ ਰਹਿ ਜਾਓ। ਸਤਿਗੁਰੂ ਜੀ ਕਹਿਣ ਲੱਗੇ, ਆਹ ਪਹਿਲਾ ਸਟੈਪ ਹੈ, ਸਿਫਤ ਸਲਾਹ ਕਰਨੀ ਹੈ, ਸਿਫਤ ਸਲਾਹ ਕਰਨੀ ਹੈ। ਪਰ ਤੁਸੀਂ ਇਸ ਸੰਸ਼ੇ 'ਚ, ਇਸ ਭਰਮ ਦੇ ਵਿੱਚ ਨਾ ਰਹਿ ਜਾਇਓ ਕਿ ਕੇਵਲ ਸਿਫਤ ਜ਼ੁਬਾਨ ਸਿਫਤ ਸਲਾਹ ਕਰੇਗੀ ਤੇ ਸ਼ਾਇਦ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ। ਨਾ, ਬਿਲਕੁਲ ਨਹੀਂ। ਜ਼ੁਬਾਨੀ ਤੌਰ ਤੇ ਤਾਂ ਰੱਬ ਰੱਬ ਕਰਨ ਵਾਲੇ ਪਹਿਲਾਂ ਵੀ ਬੜੇ ਸਨ ਤੇ ਹੁਣ ਵੀ ਬੜੇ ਸਨ। ਉਹਨਾਂ ਦੀ ਸਤਿਗੁਰੂ ਜੀ ਨੇ ਨਾ ਗੱਲ ਕੀਤੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਦਾ ਹੀ ਬਚਨ ਹੈ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਸਤਿਗੁਰੂ ਜੀ ਕਹਿ ਲਗੇ, ਜ਼ੁਬਾਨ ਦੇ ਨਾਲ ਸਾਰਾ ਸੰਸਾਰ ਹੀ ਰੱਬ ਰੱਬ ਕਰ ਰਿਹਾ। ਅੱਜ ਵੀ ਵੇਖੋ, ਵੱਡੇ ਵੱਡੇ ਧਰਮੀ ਅਖਵਾਉਣ ਵਾਲੇ ਵੀ ਜਿਹੜੇ ਨੇ, ਜਿਨ੍ਹਾਂ ਨੇ ਧਰਮ ਦੇ ਪਹਿਰਾਵੇ ਵੀ ਪਾਏ ਨੇ, ਜਿਹੜੇ ਧਰਮ ਦੇ ਕਰਮ ਵੀ ਕਰਦੇ ਨੇ, ਉਹ ਜ਼ੁਬਾਨੋਂ ਤਾਂ ਰੱਬ ਰੱਬ ਕਰ ਹੀ ਰਹੇ ਨੇ। ਪਰ ਮਸਲਾ ਇਹ ਨਹੀਂ ਹੈ ਵੀ ਜ਼ੁਬਾਨ ਰੱਬ ਰੱਬ ਕਰੇ। ਮਸਲਾ ਤੇ ਇਹ ਹੈ ਕਿ ਸਾਡਾ ਜੀਵਨ ਦੇ ਵਿੱਚ ਕੀਤਾ ਹੋਇਆ ਹਰ ਕਰਮ ਜਿਹੜਾ ਹੈ ਉਹ ਰੱਬ ਰੱਬ ਕਰੇ। ਇਸੇ ਕਰਕੇ ਬਾਣੀ ਨੇ ਕਿਹਾ ਸੀ ਜੀ, ਬਾਣੀ ਨੇ ਬੜੀਆਂ ਪਿਆਰੀਆਂ ਗੱਲਾਂ ਸਾਡੇ ਸਾਹਮਣੇ ਰੱਖੀਆਂ। ਸਤਿਗੁਰੂ ਜੀ ਕਹਿਣ ਲੱਗੇ, ਜ਼ੁਬਾਨ ਕਰਕੇ ਤਾਂ ਤੇਰੀ ਹਾਲਾਤ ਇਹੋ ਜਿਹੀ ਬਣੀ ਪਈ ਹੈ, ਮੁਖ ਝੂਠ, ਵਿਭੂਖਨ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਕਿ ਅੱਜ ਨਹੀਂ ਪਹਿਲਾਂ ਵੀ ਬੋਲਦੇ ਸਨ, ਅੱਜ ਵੀ ਬੋਲ ਰਹੇ ਨੇ। ਸਾਡੇ ਵੱਡੇ ਵੱਡੇ ਧਰਮ ਦੇ ਠੇਕੇਦਾਰ, ਲੀਡਰ ਜਿਹੜੇ ਨੇ, ਵੱਡੇ ਵੱਡੇ ਧਾਰਮਿਕ ਲੋਕ ਜਿਹੜੇ ਨੇ, ਉਹ ਮੂੰਹ ਝੂਠ ਬੋਲ ਰਹੇ ਹੁੰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੋਲ ਰਹੇ ਹੁੰਦੇ ਨੇ, ਤੇ ਇਸ ਢੰਗ ਦੇ ਨਾਲ ਬੋਲ ਰਹੇ ਹੁੰਦੇ ਨੇ ਕਿ ਉਹ ਝੂਠ ਜਿਹੜਾ ਹੈ ਉਹ ਬੜਾ ਸੋਹਣਾ ਲੱਗਦਾ ਹੈ, ਉਹ ਸੱਚ ਨੂੰ ਵੀ ਪਿੱਛੇ ਛੱਡ ਜਾਂਦਾ ਹੈ। ਬੋਲਿਆ ਨਾ, ਸਾਡੀ ਕੌਮ ਦੇ ਵੱਡੇ ਅਖਵਾਉਣ ਵਾਲੇ ਆਗੂ ਨੇ 21-22 ਸਾਲ ਇਹ ਝੂਠ ਬੋਲਦੇ ਰਹੇ ਕਿ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਨੇ ਉਹ ਜਿਉਂਦੇ ਨੇ, ਉਹ ਸ਼ਹੀਦ ਨਹੀਂ ਹੋਏ। 21-22 ਸਾਲ ਤੱਕ ਇਹ ਝੂਠ, ਤੇ ਇਹੋ ਜਿਹੇ ਪਤਾ ਨਹੀਂ ਕਿੰਨੇ ਕੁ ਝੂਠ ਉਦੋਂ ਵੀ ਬੋਲੇ ਜਾਂਦੇ ਸਨ, ਅੱਜ ਵੀ ਬੋਲੇ ਜਾਂਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਜ਼ੁਬਾਨ ਕਰਕੇ ਤਾਂ ਤੂੰ ਮੁਖ ਝੂਠ ਵਿਭੂਖਨ ਸਾਰੰਗ। ਪਰ ਇੱਥੇ ਮਸਲਾ ਜਿਹੜਾ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਮਸਲਾ ਜ਼ੁਬਾਨ ਦਾ ਨਹੀਂ ਹੈ। ਇੱਥੇ ਤਾਂ ਮਸਲਾ ਹੈ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਇੱਥੇ ਕਰਮਾਂ ਨੂੰ ਪਹਿਲ ਦਿੱਤੀ ਜਾਣੀ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ, ਜ਼ੁਬਾਨ ਕਰਕੇ ਤਾਂ ਪਹਿਲਾਂ ਵੀ ਤੇ ਅੱਜ ਵੀ ਬੜੇ ਲੋਕ ਰੱਬ ਰੱਬ ਕਰ ਰਹੇ ਨੇ, ਧਰਮੀ ਅਖਵਾ ਰਹੇ ਨੇ। ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕਰਮਾਂ ਦਾ ਧਰਮੀ ਹੋਣਾ ਬੜਾ ਜ਼ਰੂਰੀ ਹੈ। ਤੇਰੇ ਕਰਮਾਂ ਦੇ ਵਿੱਚੋਂ ਧਰਮ, ਰੱਬ, ਗੁਣ ਨਜ਼ਰ ਆਉਣ। ਸੋ ਇਸ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਸਤਿਗੁਰੂ ਜੀ ਕਹਿਣ ਲੱਗੇ, ਉਸ ਅਕਾਲ ਪੁਰਖ ਪਰਮਾਤਮਾ ਬੇਅੰਤ ਵਾਹਿਗੁਰੂ ਜੀ ਦੇ ਉਸ ਅਕਥ ਪਰਮਾਤਮਾ ਜੀ ਦੇ ਗੁਣਾਂ ਦੀ ਸਿਫਤ ਸਲਾਹ ਕਰਨੀ ਹੈ, ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਪਰ ਸੱਜਣਾ, ਭਰਮ ਨਾ ਪਾਲ ਕੇ ਬੈਠ ਜਾਵੀਂ ਵੀ ਕਿਤੇ ਜ਼ੁਬਾਨ ਦੇ ਨਾਲ ਸਿਫਤ ਸਲਾਹ ਮੈਂ ਕਰਾਂਗਾ ਤੇ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਸਤਿਗੁਰੂ ਜੀ ਕਹਿਣ ਲੱਗੇ, ਜੇ ਤੂੰ ਮੈਨੂੰ ਪੁੱਛਦਾ ਹੈ ਨਾ, ਕਿਤ ਦੁਆਰਾ ਪਾਈਏ ਵੀ ਕਿਸ ਵਸੀਲੇ ਦੇ ਨਾਲ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਜੇ ਤੂੰ ਮੈਨੂੰ ਪੁੱਛਦਾ ਹੈ ਕਿ ਮੈਂ ਕੱਲਾ ਜ਼ੁਬਾਨ ਦੇ ਨਾਲ ਸਿਫਤ ਸਲਾਹ ਕਰਾਂਗਾ, ਮੇਰੀ ਜ਼ੁਬਾਨ ਵਾਹਿਗੁਰੂ ਵਾਹਿਗੁਰੂ ਕਰੇਗੀ,
ਮੇਰੀ ਜ਼ੁਬਾਨ ਜਿਹੜੀ ਹੈ ਉਹ ਰਾਮ ਰਾਮ ਤੇ ਅੱਲਾ ਅੱਲਾ ਕਰੇਗੀ ਤੇ ਕੀ ਮੈਨੂੰ ਰੱਬ ਮਿਲ ਜੇਗਾ? ਕੀ ਇਸ ਵਸੀਲੇ ਦੇ ਨਾਲ ਮੈਂ ਪ੍ਰਾਪਤ ਕਰ ਸਕਦਾ? ਤੇ ਸਤਿਗੁਰੂ ਜੀ ਅੱਗੇ ਜਵਾਬ ਦਿੰਦੇ ਨੇ, ਕਹਿਣ ਲੱਗੇ ਸਿਫਤ ਸਲਾਹ ਕਰਨੀ ਇਹ ਪਹਿਲਾ ਕਦਮ ਹੈ, ਪਰ ਇਸ ਭਰਮ ਦੇ ਵਿੱਚ ਨਾ ਰਹੀ ਕਿ ਕੇਵਲ ਜ਼ੁਬਾਨੀ ਤੌਰ ਤੇ ਸਿਫਤ ਸਲਾਹ ਕਰਨ ਦੇ ਨਾਲ ਤੂੰ ਉਸ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਨਹੀਂ, ਤੈਨੂੰ ਇੱਕ ਕਰਮ ਹੋਰ ਕਰਨਾ ਪੈਣਾ ਹੈ। ਅੱਗੇ ਵੀ ਸਟੈਪ ਨੇ, ਉਹ ਸਟੈਪ ਤੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੱਟਣੇ ਪੈਣੇ ਨੇ। ਉਹ ਸਟੈਪ ਕਿਹੜੇ ਨੇ? ਤੇ ਮਾਲਕ ਜੀ ਬਖਸ਼ਿਸ਼ ਕਰਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ। ਸਤਿਗੁਰੂ ਜੀ ਕਹਿਣ ਲੱਗੇ ਆਹ ਵਸੀਲਾ ਹੈ, ਆਹ ਢੰਗ ਹੈ ਉਸ ਨੂੰ ਪ੍ਰਾਪਤ ਕਰਨ ਦਾ। ਤੈਨੂੰ ਆਪਣਾ ਤਨ ਮਨ ਧਨ ਸਭ ਗੁਰੂ ਦੇ ਅੱਗੇ ਸਮਰਪਣ ਕਰਨਾ ਪੈਣਾ ਹੈ। ਤੈਨੂੰ ਆਪਣਾ ਆਪ ਜਿਹੜਾ ਹੈ ਉਹ ਡੈਡੀਕੇਟ ਕਰਨਾ ਪੈਣਾ ਹੈ। ਹੁਕਮ ਮੰਨਿਆ ਪਾਈਏ, ਤੇ ਸਤਿਗੁਰੂ ਜੀ ਕਹਿਣ ਲੱਗੇ ਤੈਨੂੰ ਗੁਰੂ ਦਾ ਹੁਕਮ ਆਪਣੀ ਜ਼ਿੰਦਗੀ 'ਚ ਮੰਨਣਾ ਪਵੇਗਾ। ਤੇ ਜਿੱਦਣ ਹੁਕਮ ਮੰਨ ਲਿਆ, ਸਤਿਗੁਰੂ ਜੀ ਕਹਿਣ ਲੱਗੇ ਇਹ ਮੇਰੀ ਪੱਕੀ ਗਰੰਟੀ ਹੈ, ਮੇਰਾ ਦਾਅਵਾ ਹੈ ਇਸ ਗੱਲ ਦਾ, ਹੁਕਮ ਮੰਨਿਆ ਪਾਈਏ, ਉਦਣ ਤੈਨੂੰ ਪਰਮਾਤਮਾ ਨੇ ਮਿਲ ਪੈਣਾ। ਉਦਣ ਸੱਚ ਉਹ ਗੁਣ ਤੇਰੀ ਜ਼ਿੰਦਗੀ 'ਚ ਆ ਜਾਣਗੇ। ਹੁਣ ਸਾਧ ਸੰਗਤ ਜੀ ਝਾਤ ਮਾਰ ਕੇ ਵੇਖੀਏ, ਜ਼ੁਬਾਨ ਨੂੰ ਤਾਂ ਗੁਰੂ ਗੁਰੂ ਕਰਦੀ ਨੂੰ, ਜ਼ੁਬਾਨ ਨੂੰ ਤਾਂ ਬਾਣੀ ਪੜ੍ਹਦੀ ਨੂੰ ਕਈ ਸਾਲ ਹੋ ਜਾਂਦੇ ਨੇ ਸਾਡੇ, ਪਰ ਕੀ ਅਸੀਂ ਹੁਕਮ ਮੰਨਣ ਵਾਲੇ ਪਾਸੇ ਤੁਰਦੇ ਹਾਂ? ਕੀ ਅਸੀਂ ਇਹ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਵਾਨ ਕਰਦੇ ਹਾਂ? ਜੋ ਗੁਰ ਕਹੈ ਸੋਈ ਭਲ ਮਾਨੋ। ਕਿ ਅਸੀਂ ਆਪਣਾ ਤਨ ਮਨ ਤੇ ਧਨ ਸਭ ਕੁਝ ਜਿਹੜਾ ਹੈ ਉਹ ਗੁਰੂ ਨੂੰ ਅਸੀਂ ਸਮਰਪਣ ਕਰ ਦਿੰਦੇ ਹਾਂ? ਖਿਮਾ ਕਰਨਾ, ਸਾਡੀ ਜ਼ੁਬਾਨ ਤਾਂ ਇਹ ਗੱਲ ਕਹਿ ਰਹੀ ਹੁੰਦੀ ਹੈ, ਪਰ ਅਸੀਂ ਤਨੋ ਮਨੋ ਤੇ ਧਨੋਂ, ਮੈਂ ਤੇ ਇਉਂ ਕਹਿ ਲਈਏ ਵੀ ਅਸੀਂ ਕੁਛ ਹੱਦ ਤੱਕ ਤਨ ਵੀ ਗੁਰੂ ਨੂੰ ਸਮਰਪਣ ਕਰ ਦਿੰਦੇ ਹਾਂ, ਕੁਝ ਕੁ ਘੰਟਿਆਂ ਤੱਕ, ਕੁਝ ਕੁ ਸਮੇਂ ਤੱਕ, ਤੇ ਧਨ ਵੀ ਅਸੀਂ ਸਮਰਪਣ ਕਰ ਦਿੰਦੇ ਹਾਂ, ਪਰ ਮਨ ਅਸੀਂ ਗੁਰੂ ਨੂੰ ਆਪਣਾ ਸਮਰਪਣ ਨਹੀਂ ਕਰਦੇ। ਜੇ ਅਸੀਂ ਮਨ ਗੁਰੂ ਨੂੰ ਸਮਰਪਣ ਕਰ ਦਈਏ ਤੇ ਫਿਰ ਇਹ ਮਨ ਕਦੇ ਵੀ ਆਪ ਹੁਦਰੀਆਂ ਨਾ ਕਰੇ। ਫਿਰ ਮਜ਼ਾਲ ਹੈ ਵੀ ਇਹ ਮਨ ਕਿਸੇ ਦੇਹਧਾਰੀ ਦੇ ਅੱਗੇ ਝੁਕ ਜਾਵੇ, ਫਿਰ ਮਜ਼ਾਲ ਹੈ ਵੀ ਇਹ ਮਨ ਕਿਤੇ ਕੋਈ ਕਰਮ ਕਾਂਡ ਕਰੇ, ਫਿਰ ਮਜ਼ਾਲ ਹੈ ਵੀ ਇਸ ਮਨ ਦੇ ਅੰਦਰ ਕੋਈ ਬੇਈਮਾਨੀ ਆਵੇ, ਫਿਰ ਮਜ਼ਾਲ ਹੈ ਵੀ ਇਹ ਮਨ ਜਿਹੜਾ ਇਹ ਗੱਲ ਕਵੇ ਵੀ ਨਹੀਂ ਮੈਨੂੰ ਧੀ ਨਹੀਂ ਚਾਹੀਦੀ, ਮੈਨੂੰ ਤਾਂ ਪੋਤੀ ਚਾਹੀਦਾ। ਫਿਰ ਮਨ ਇਹ ਮਜ਼ਾਲ ਹੈ ਇਹ ਗੱਲ ਕਵੇ ਵੀ ਪਹਿਲਾਂ ਦਾਜ ਦੀ ਲਿਸਟ ਦੱਸੋ, ਵੀ ਤੁਸੀਂ ਦਾਜ ਦੇ ਵਿੱਚ ਕੀ ਕੀ ਦੇ ਰਹੇ ਹੋ, ਗੱਡੀ ਕਿਹੜੀ ਦੇ ਰਹੇ ਹੋ, ਤੇ ਫਿਰ ਅਸੀਂ ਲਾਵਾਂ ਫੇਰੇ ਕਰਾਂਗੇ, ਆਨੰਦ ਕਾਰਜ ਹੋਵੇਗਾ, ਨਹੀਂ ਤੇ ਨਹੀਂ ਹੋਵੇਗਾ। ਫਿਰ ਮਨ ਨੇ ਇਹ ਗੱਲ ਨਹੀਂ ਕਹਿਣੀ। ਅਸੀਂ ਗੁਰੂ ਨੂੰ ਮਨ ਜਿਹੜਾ ਹੈ ਉਹ ਡੈਡੀਕੇਟ ਨਹੀਂ ਕਰ ਪਾ ਰਹੇ, ਤਾਈਓ ਤਾਂ ਮਨ ਸਾਡਾ ਆਪ ਹੁਦਰੀਆਂ ਕਰਦਾ ਹੈ। ਫਿਰ ਜੋ ਇਹਦੇ ਮਨ 'ਚ ਆਉਂਦਾ ਹੈ ਇਹ ਕਰ ਰਿਹਾ, ਬਲਕਿ ਇਹ ਗੁਰੂ ਦੇ ਨਾਮ ਦੇ ਉੱਤੇ ਇਹ ਉਹ ਕਰਮ ਕਰ ਰਹੇ, ਗੁਰੂ ਨੂੰ ਸਹਾਰਾ ਬਣਾ ਕੇ ਇਹ ਉਹ ਕਰਮ ਕਰ ਰਿਹਾ। ਤੁਸੀਂ ਵੇਖੋ ਵੀ ਅੱਜ ਵੀ ਬੜੇ ਐਸੇ ਕਰਮ ਨੇ ਜਿਹੜੇ ਗੁਰਮਤਿ ਦੇ ਅਨੁਕੂਲ ਨਹੀਂ, ਪਰ ਸਾਡਾ ਮਨ ਉਹਨਾਂ ਕਰਮਾਂ ਨੂੰ ਕਰਨਾ ਚਾਹੁੰਦਾ ਹੈ, ਅਸੀਂ ਗੁਰੂ ਦਾ ਨਾਮ ਦੇ ਕੇ ਉਹ ਕਰਮ ਕਰ ਰਹੇ ਹਾਂ। ਸੋ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਸੱਜਣਾ ਭਾਈ ਤੈਨੂੰ ਉਸ ਦੀ ਪ੍ਰਾਪਤੀ ਹੋ ਸਕਦੀ ਹੈ, ਪਰ ਉਹਦੇ ਲਈ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਤੈਨੂੰ ਆਪਣਾ ਆਪ ਗੁਰੂ ਨੂੰ ਸਮਰਪਣ ਕਰਨਾ ਪਵੇਗਾ, ਹੁਕਮ ਮੰਨਣਾ ਪਵੇਗਾ, ਗੁਰੂ ਦੇ ਆਸ਼ੇ ਮੁਤਾਬਕ ਢਲਣਾ ਪਵੇਗਾ, ਗੁਰੂ ਦੇ ਮੁਤਾਬਕ ਤੈਨੂੰ ਕਰਮ ਕਰਨੇ ਪੈਣਗੇ। ਤੇ ਸਤਿਗੁਰੂ ਜੀ ਕਹਿਣ ਲੱਗੇ ਹੁਕਮ ਮੰਨਿਓ ਗੁਰੂ ਕੇਰਾ। ਹੁਕਮ ਮੰਨਣਾ ਤੇ ਗੁਰੂ ਦਾ, ਗੁਰੂ ਤੋਂ ਇਲਾਵਾ ਕਿਸੇ ਦਾ ਹੁਕਮ ਨਹੀਂ, ਕਿਸੇ ਦਾ ਵੀ। ਅੱਜ ਤਾਂ ਖਿਮਾ ਕਰਨਾ ਸਾਡੇ ਉੱਤੇ ਪਤਾ ਨਹੀਂ ਕਿੰਨਿਆਂ ਕੁ ਦੇ ਹੁਕਮ ਚੱਲ ਰਹੇ ਨੇ,
ਕੋਈ ਸਾਡੇ ਉੱਤੇ ਬਾਬਾ ਹੁਕਮ ਚਲਾ ਰਿਹਾ, ਕੋਈ ਪਾਂਧਾ ਹੁਕਮ ਚਲਾ ਰਿਹਾ ਸਾਡੇ ਉੱਤੇ, ਤਾਂ ਮੰਗਣ ਵਾਲੇ ਜਿਹੜੇ ਨੇ ਨਾ ਸੜਕਾਂ ਦੇ ਵਿੱਚ, ਗਲੀਆਂ ਦੇ ਵਿੱਚ ਕੋਲੀ ਕੋਲੀ ਆਟੇ ਦੀ ਮੰਗਦੇ ਫਿਰਦੇ ਨੇ, ਉਹ ਵੀ ਸਾਡੇ 'ਤੇ ਹੁਕਮ ਚਲਾ ਜਾਂਦੇ। ਜਦੋਂ ਉਹ ਸਾਨੂੰ ਕਹਿੰਦੇ ਨੇ ਨਾ ਵੀ ਤੇਰੇ ਉੱਤੇ ਫਲਾਣਾ ਗ੍ਰਹਿ ਹੈ, ਤੂੰ ਕੀ ਕਰੀ, ਫਲਾਣੇ ਵਾਰ ਫਲਾਣੇ ਟਾਈਮ ਫਲਾਣੀ ਥਾਂ 'ਤੇ ਜਾ ਕੇ 5 ਲੱਡੂ ਸੰਧੂਰ ਦੇ ਨਾਲ ਲਬੇੜ ਕੇ ਫਲਾਣਾ ਟੂਣਾ ਕਰਾਂ ਵੀ ਤੇਰੇ ਸਾਰੇ ਗ੍ਰਹਿ ਟਲ ਜਾਣਗੇ। ਚਲਾ ਗਿਆ ਨਾ ਮੰਗਣ, ਕੋਲੀ ਆਟੇ ਦੀ ਮੰਗਣ ਆਇਆ, ਸਾਡੇ 'ਤੇ ਹੁਕਮ ਚਲਾ ਗਿਆ। ਕਾਰਨ ਕੀ ਸੀ? ਸਾਡੇ ਜ਼ਿੰਦਗੀ ਦੇ ਵਿੱਚ ਗੁਰੂ ਦਾ ਹੁਕਮ ਨਹੀਂ ਸੀ। ਜੇ ਗੁਰੂ ਦਾ ਹੁਕਮ ਸਾਡੀ ਜ਼ਿੰਦਗੀ 'ਚ ਹੋਇਆ ਹੁੰਦਾ ਤੇ ਫਿਰ ਮਜ਼ਾਲ ਹੈ ਵੀ ਕਿਸੇ ਹੋਰ ਦਾ ਹੁਕਮ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਅਹਿਮੀਅਤ ਰੱਖਦਾ। ਫਿਰ ਅਸੀਂ ਇਹ ਗੱਲ ਕਹਿਣੀ ਸੀ, ਜੋ ਗੁਰ ਕਹੈ ਸੋਈ ਭਲ ਮਾਨੋ। ਸੋ ਸਤਿਗੁਰੂ ਜੀ ਕਹਿੰਦੇ ਨੇ, ਹੁਕਮ ਮੰਨਿਓ ਗੁਰੂ ਕੇਰਾ, ਗੁਰੂ ਦਾ ਹੁਕਮ ਮੰਨਿਓ, ਗੁਰੂ ਦੇ ਹੁਕਮ ਨੂੰ ਆਪਣੀ ਜ਼ਿੰਦਗੀ 'ਚ ਪਹਿਲ ਦਿਓ, ਗਾਵੋ ਸੱਚੀ ਬਾਣੀ ਤੇ ਉਸ ਸਦਾ ਸਥਿਰ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨੂੰ ਗਾਓ। ਉਸ ਦੀ ਸਿਫਤ ਸਲਾਹ ਨੂੰ ਆਪਣੇ ਜੀਵਨ ਦੇ ਅੰਦਰ ਪ੍ਰਵਾਨ ਕਰੋ। ਸੱਚੀ ਬਾਣੀ ਨੂੰ, ਝੂਠੀ ਬਾਣੀ ਨਹੀਂ, ਫਰੇਬੀ ਬਾਣੀ ਨਹੀਂ, ਕੂੜ ਦੀ ਬਾਣੀ ਨਹੀਂ, ਸੱਚੀ ਬਾਣੀ ਤੁਹਾਡੇ ਜੀਵਨ ਦੇ ਵਿੱਚ ਵਸ ਜਾਵੇ, ਆ ਜਾਵੇ। ਤੇ ਅਖੀਰ ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਨਾਨਕ ਇਹ ਗੱਲ ਆਖਦਾ ਹੈ, ਹੇ ਸੰਤ ਜਨੋ, ਇਸ ਗੱਲ ਨੂੰ ਸੁਣੋ ਧਿਆਨ ਦੇ ਨਾਲ, ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰੋ, ਉਸ ਬੇਅੰਤ ਪਰਮਾਤਮਾ ਦੇ ਗੁਣਾਂ ਦੇ ਨਾਲ ਆਪਣੇ ਜੀਵਨ ਦੀ ਸਾਂਝ ਬਣਾਓ। ਸਤਿਗੁਰੂ ਜੀ ਕਹਿਣ ਲੱਗੇ, ਇਹ ਸਿਫਤ ਸਲਾਹ ਕਰਨੀ ਇੱਕ ਪਹਿਲਾ ਪੜਾਵ ਹੈ, ਪਰ ਉਸ ਤੋਂ ਅੱਗੇ ਜੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਜੇ ਉਹਨੂੰ ਮਿਲਣਾ ਹੈ, ਤੇ ਫਿਰ ਤਨ ਮਨ ਧਨ ਭਾਵ ਆਪਣਾ ਸਭ ਕੁਝ ਜਿਹੜਾ ਹੈ ਉਹ ਗੁਰੂ ਨੂੰ ਸਮਰਪਣ ਕਰਨਾ ਪਵੇਗਾ, ਆਪਣਾ ਆਪ ਗੁਰੂ ਨੂੰ ਡੈਡੀਕੇਟ ਕਰਨਾ ਪਵੇਗਾ। ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਵੀ ਭਾਈ ਮੰਝ ਜੀ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਹ ਗੱਲ ਕਹਿੰਦੇ ਨੇ, ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਉਹਦਾ ਭਾਵ ਇਹ ਸੀ ਵੀ ਜੇ ਤੂੰ ਗੁਰੂ ਨੂੰ ਆਪਣਾ ਆਪ ਸਮਰਪਣ ਕਰਨਾ ਚਾਹੁੰਦਾ ਹੈ ਤੇ ਫਿਰ ਹੋਰ ਜਿੱਥੇ ਜਿੱਥੇ ਵੀ ਤੂੰ ਆਪਣਾ ਸਮਰਪਣ ਕੀਤਾ ਹੈ, ਉਹ ਸਾਰਾ ਸਮਰਪਣ ਆਪਣੀ ਜ਼ਿੰਦਗੀ ਦੇ ਵਿੱਚੋਂ ਖਤਮ ਕਰ ਦੇ, ਤਿਆਗ ਦੇ। ਕੇਵਲ ਤਾਂ ਕੇਵਲ ਤੂੰ ਗੁਰੂ ਨੂੰ ਸਮਰਪਿਤ ਹੋਵੇਂ, ਗੁਰੂ ਦਾ ਹੁਕਮ ਤੇਰੇ ਉੱਤੇ ਚੱਲੇ। ਇਹ ਨਹੀਂ ਵੀ ਸ਼ਾਮ ਸਵੇਰੇ ਤੂੰ ਹੁਕਮਨਾਮਾ ਵੀ ਸੁਣ ਜੇ ਤੇ ਫਿਰ ਸੋਮਵਾਰ ਵਾਲੇ ਦਿਨ ਫਲਾਣੇ ਦੇਵਤੇ ਦਾ ਹੁਕਮ ਚੱਲ ਰਿਹਾ ਤੇ ਉਧਰ ਨੂੰ ਮੂੰਹ ਚੁੱਕ ਲਿਆ, ਤੇ ਵੀਰਵਾਰ ਵਾਲੇ ਦਿਨ ਫਲਾਣੇ ਪੀਰ ਦਾ ਹੁਕਮ ਚੱਲ ਰਿਹਾ ਤੇ ਫਿਰ ਉਧਰ ਨੂੰ ਦੀਵਾ ਚੁੱਕ ਕੇ ਭੱਜਿਆ ਫਿਰਿਆ। ਸਤਿਗੁਰੂ ਜੀ ਕਹਿਣ ਲੱਗੇ, ਨਹੀਂ, ਫਿਰ ਤੇਰੇ ਜੀਵਨ ਦੇ ਉੱਤੇ ਗੁਰੂ ਦਾ ਹੀ ਹੁਕਮ ਚੱਲੇ ਤੇ ਗੁਰੂ ਦੇ ਮੁਤਾਬਕ ਤੂੰ ਆਪਣੇ ਜੀਵਨ ਨੂੰ ਜਿਉਵੇਂ, ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਡੈਡੀਕੇਟ ਕਰ ਦੇ, ਸਮਰਪਣ ਕਰ ਦੇ, ਤੇ ਗੁਰੂ ਦੇ ਹੁਕਮ ਦੇ ਮੁਤਾਬਕ ਜਦੋਂ ਚੱਲੇਗਾ ਸਿਫਤ ਸਲਾਹ ਕਰਦਾ ਹੋਇਆ, ਜਦੋਂ ਤੇਰੇ ਕਰਮਾਂ ਦੇ ਵਿੱਚ ਵੀ ਉਹ ਸਿਫਤ ਸਲਾਹ ਆ ਗਈ, ਜ਼ੁਬਾਨ ਤੋਂ ਜਦੋਂ ਤੇਰੇ ਅੰਦਰ ਉਹ ਸਿਫਤ ਸਲਾਹ ਚਲੀ ਗਈ, ਕੱਲਾ ਕੱਲਾ ਕਰਮ ਉਸ ਰੱਬੀ ਸਿਫਤ ਸਲਾਹ ਵਾਲਾ ਬਣ ਗਿਆ, ਉਦਣ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇਗਾ। ਸੋ ਆਓ ਗੁਰੂ ਕਿਰਪਾ ਕਰੇ, ਅਸੀਂ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰੀਏ, ਜਿੱਥੇ ਸਾਡੀ ਜ਼ੁਬਾਨ ਸਿਫਤ ਸਲਾਹ ਕਰਦੀ ਹੈ, ਜ਼ੁਬਾਨ ਜਿੱਥੇ ਸਭ ਕੁਝ ਕਹਿ ਰਹੀ ਹੈ ਧਰਮੀ ਹੈ, ਉੱਥੇ ਸਾਡੇ ਕਰਮ ਵੀ ਧਰਮੀ ਬਣ ਜਾਣ, ਉੱਥੇ ਸਾਡਾ ਜੀਵਨ ਵੀ ਧਰਮੀ ਬਣ ਜਾਵੇ। ਅਸੀਂ ਸਭ ਕੁਝ ਆਪਣਾ ਆਪ ਗੁਰੂ ਨੂੰ ਸੌਂਪ ਦਈਏ, ਗੁਰੂ ਦੇ ਅੱਗੇ ਸਮਰਪਣ ਕਰ ਦਈਏ, ਗੁਰੂ ਦੇ ਕਹਿਣੇ ਦੇ ਮੁਤਾਬਕ ਚੱਲੀਏ ਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਕੰਮ ਗੁਰੂ ਨੂੰ ਨਹੀਂ ਚੰਗੇ ਲੱਗਦੇ ਉਹਨਾਂ ਕਰਮਾਂ ਦਾ ਤਿਆਗ ਕਰੀਏ, ਤਾਂ ਹੀ ਅਸੀਂ ਗੁਰੂ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।